ਪਿਆਰੀ ਸਾਧ ਸੰਗਤ ਜੀ, ਭਾਈ ਸੱਤਾ ਤੇ ਭਾਈ ਬਲਵੰਡ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜੂਰ ਕੀਰਤਨੀਏ ਸਨ। ਗੁਰੂ ਯਸ਼ ਚੰਗਾ ਕਰਨ ਦੇ ਕਾਰਨ ਉਹਨਾਂ ਦੀ ਕਿਰਤੀ ਚੰਗੀ ਸੀ। ਉਹਨਾਂ ਦੋਨਾਂ ਨੂੰ ਆਪਣੀ ਕਿਰਤੀ ਦੇਖ ਕੇ ਹੰਕਾਰ ਤੇ ਲਾਲਚ ਦਾ ਰੋਗ ਲੱਗ ਗਿਆ, ਪਰ ਉਹ ਰੋਗ ਗੁਪਤ ਸੀ। ਅੰਤਰਜਾਮੀ ਸੋਢੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਇਸ ਰੋਗ ਦਾ ਹੋਰ ਕਿਸੇ ਨੂੰ ਗਿਆਨ ਨਹੀਂ ਸੀ। ਜਦੋਂ ਭਾਈ ਸੱਤੇ ਦੀ ਕੰਨਿਆ ਮੁਟਿਆਰ ਹੋ ਗਈ ਤਾਂ ਉਸ ਦਾ ਵਿਆਹ ਰਚਿਆ ਗਿਆ ਅਤੇ ਦੋਹਾਂ ਭਰਾਵਾਂ ਨੇ ਹੰਕਾਰ ਦੇ ਅਸਰ ਹੇਠਾਂ ਆ ਕੇ ਇਹ ਸਲਾਹ ਕੀਤੀ ਕਿ ਲੜਕੀ ਦਾ ਵਿਆਹ ਐਸੀ ਸ਼ਾਨ ਨਾਲ ਕੀਤਾ ਜਾਵੇ ਜੋ ਡੁੰਮ ਜਾਤੀ ਦੇ ਚੌਹਾਂ ਕੁੱਟਾਂ ਵਿੱਚ ਧੁੰਮ ਪੈ ਜਾਵੇ। ਰਾਜਿਆਂ ਵਾਂਗ ਵਡਿਆਈ ਹੋਵੇ, ਦਾਜ ਵੀ ਰੱਜ ਕੇ ਦਿੱਤਾ ਜਾਵੇ, ਬਰਾਤ ਵਿੱਚ ਸੈਂਕੜੇ ਆਦਮੀ ਸੱਦੇ ਜਾਣ, ਸ਼ਹਿਰ ਵਿੱਚ ਰੋਟੀ ਦਿੱਤੀ ਜਾਵੇ। ਪਰ ਇਸ ਸਕੀਮ ਨੂੰ ਨੇਪੜੇ ਚਾੜ੍ਹਨ ਵਾਸਤੇ ਮਾਇਆ ਦੀ ਲੋੜ ਸੀ। ਪਰ ਮਾਇਆ ਉਹਨਾਂ ਦੇ ਘਰ ਥੋੜ੍ਹੀ ਸੀ। ਗੁਰੂ ਘਰ ਵਿੱਚ ਲੱਖਾਂ ਰੁਪਏ ਰੋਜ਼ ਚੜ੍ਹਦੇ ਸਨ। ਉਹਨਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਨੂੰ ਆਖੀਏ ਕਿ ਇੱਕ ਦਿਨ ਦਾ ਸਾਰਾ ਚੜ੍ਹਾਵਾ ਉਹਨਾਂ ਨੂੰ ਕੰਨਿਆ ਦੇ ਵਿਆਹ ਵਾਸਤੇ ਦਿੱਤਾ ਜਾਵੇ। ਇਹ ਸਲਾਹ ਪਕਾ ਕੇ ਉਹ ਗੁਰੂ ਜੀ ਦੇ ਹਜ਼ੂਰ ਪਹੁੰਚੇ ਅਤੇ ਬੇਨਤੀ ਕੀਤੀ, ਗੁਰੂ ਜੀ, ਅਸੀਂ ਕੰਨਿਆ ਦਾਨ ਕਰਨਾ ਹੈ, ਖਰਚ ਵਾਸਤੇ ਸਾਡੀ ਮਾਲੀ ਸਹਾਇਤਾ ਕਰੋ। ਗੁਰੂ ਜੀ ਨੇ ਕਿਹਾ ਕਿ ਕੰਨਿਆ ਦੇ ਵਿਆਹ ਵਾਸਤੇ ਕੋਈ ਚਿੰਤਾ ਨਾ ਕਰੋ। ਤੁਸਾਂ ਗੁਰੂ ਘਰ ਦੇ ਕੀਰਤਨੀਏ ਹੋ, ਤੁਸਾਂ ਨੂੰ ਕੀ ਘਾਟਾ। ਜਿੰਨੀ ਮਾਇਆ ਦੀ ਲੋੜ ਹੋਵੇਗੀ ਉਨੀ ਸੰਗਤ ਵੱਲੋਂ ਮਿਲ ਜਾਵੇਗੀ। ਪਰ ਭਾਈ ਸੱਤੇ ਤੇ ਭਾਈ ਬਲਵੰਡ ਜੀ ਦੇ ਦਿਲਾਂ ਵਿੱਚ ਹਉਮੈ ਆ ਚੁੱਕੀ ਸੀ। ਉਹਨਾਂ ਦੇ ਰੋਗੀ ਦਿਲਾਂ ਨੇ ਬਚਨਾਂ ਉੱਤੇ ਭਰੋਸਾ ਨਾ ਕੀਤਾ, ਲਾਲਚ ਵਿੱਚ ਆ ਗਏ। ਸੋਚਿਆ, ਗੁਰੂ ਜੀ ਸ਼ਾਇਦ ਥੋੜ੍ਹੇ ਰੁਪਏ ਦੇਣ। ਜੇ ਇੱਕ ਦਿਨ ਦਾ ਚੜ੍ਹਾਵਾ ਗੁਰੂ ਜੀ ਬਖਸ਼ ਦੇਣ ਤਾਂ ਵਿਆਹ ਚੰਗਾ ਹੋ ਸਕਦਾ ਹੈ, ਕਿਉਂਕਿ ਹਰ ਰੋਜ਼ 10-15 ਹਜ਼ਾਰ ਤੋਂ ਘੱਟ ਰੁਪਇਆ ਨਹੀਂ ਸੀ ਚੜ੍ਹਦਾ। ਲੀੜਿਆਂ ਦਾ ਤਾਂ ਅੰਤ ਨਹੀਂ ਸੀ। ਉਹਨਾਂ ਨੇ ਗੁਰੂ ਜੀ ਨੂੰ ਪ੍ਰਗਟ ਰੂਪ ਤੇ ਦਿਲ ਦੇ ਭਾਵ ਦੱਸ ਦਿੱਤੇ। ਗੁਰੂ ਜੀ ਨੇ ਹਾਂ ਕਰ ਦਿੱਤੀ। ਚੋਜੀ ਪ੍ਰੀਤਮ ਨੇ ਉਹਨਾਂ ਦੇ ਹੰਕਾਰ ਰੋਗ ਦਾ ਇਲਾਜ ਕਰਨਾ ਸੀ। ਮਿੱਥੇ ਦਿਨ ਉੱਤੇ ਭਾਈ ਸੱਤਾ ਤੇ ਭਾਈ ਬਲਵੰਡ ਕੀਰਤਨ ਕਰਨ ਲੱਗੇ। ਅੱਜ ਉਹਨਾਂ ਦਾ ਧਿਆਨ ਚੜ੍ਹਾਵੇ ਵੱਲ ਸੀ। ਜਦੋਂ ਕੋਈ ਸਿੱਖ ਆਉਂਦਾ ਤਾਂ ਦੇਖਦੇ ਉਹ ਕੀ ਚੜ੍ਹਾਉਂਦਾ ਹੈ। ਜੇ ਤਾਂ ਰੁਪਇਆ ਸੁੱਟਦਾ ਤਾਂ ਖੁਸ਼ ਹੋ ਜਾਂਦੇ, ਜੇ ਪੈਸਾ ਚੜ੍ਹਾਉਂਦਾ ਤਾਂ ਉਹਨਾਂ ਨੂੰ ਨਿਰਾਸ਼ਤਾ ਹੁੰਦੀ। ਉਸ ਦਿਨ ਕੀਰਤਨ ਵਿੱਚ ਰਸ ਨਹੀਂ ਸੀ, ਕਿਉਂਕਿ ਉਹਨਾਂ ਦੀ ਰੂਹ ਤਾਂ ਮਾਇਆ ਦੇ ਪਿੱਛੇ ਫਿਰਦੀ ਸੀ। ਕਿਉਂਕਿ ਜਿੱਥੇ ਲੋਭ ਹੋਵੇ ਉੱਥੇ ਪ੍ਰੇਮ ਨਹੀਂ ਹੁੰਦਾ। ਗੁਰੂ ਜੀ ਦੇ ਚੋਜ ਸਨ। ਜਦੋਂ ਦੋਵੇਂ ਭਰਾ ਕੀਰਤਨ ਕਰਕੇ ਉੱਠੇ ਤਾਂ ਸਾਰੀ ਚੜ੍ਹਤ ਗਿਣੀ ਗਈ। ਉਹ ਸਿਰਫ 100 ਰੁਪਇਆ ਸੀ। 100 ਰੁਪਏ ਨੂੰ ਦੇਖ ਕੇ ਦੋਵੇਂ ਜਾਣੇ ਦੰਗ ਰਹਿ ਗਏ। ਹੰਕਾਰ ਤੇ ਲਾਲਚ ਦੇ ਫੋੜੇ ਫੁੱਟ ਗਏ। ਉਹਨਾਂ ਦੀ ਜ਼ੁਬਾਨਾਂ ਰਾਹੀਂ ਪੀਕ ਨਿਕਲਣ ਲੱਗੀ। ਉਹ ਸੜੇ ਬਲੇ ਬੋਲੇ, ਗੁਰੂ ਜੀ, ਇਹ ਬਹੁਤ ਮਾੜੀ ਗੱਲ ਹੋਈ ਹੈ। 100 ਰੁਪਏ ਨਾਲ ਦੱਸੋ ਕੀ ਬਣੇਗਾ। ਇਹ ਤਾਂ ਬਾਲਣ ਜੋਗੇ ਵੀ ਪੈਸੇ ਨਹੀਂ ਹਨ। ਗੁਰੂ ਜੀ ਨੇ ਕਿਹਾ, ਚੜ੍ਹਾਵੇ ਦਾ ਫੈਸਲਾ ਸੀ ਸੋ ਪੂਰਾ ਕਰ ਦਿੱਤਾ। ਇਹ 100 ਰੁਪਇਆ ਲੈ ਜਾਓ, ਹੋਰ ਜੋ ਕੰਨਿਆ ਦੇ ਭਾਗ ਵਿੱਚ ਹੋਵੇਗਾ ਸੋ ਮਿਲ ਜਾਵੇਗਾ। ਗੁਰੂ ਜੀ ਦਾ ਇਹ ਬਚਨ ਸੁਣ ਕੇ ਦੋਵਾਂ ਭਰਾਵਾਂ ਨੇ ਸਾਜ ਸਮੇਟੇ ਤੇ ਬੰਨੇ, ਸੜੇ ਬਲੇ ਘਰ ਪਹੁੰਚ ਗਏ। ਘਰ ਜਾ ਕੇ ਜ਼ੁਬਾਨ ਨੂੰ ਨਹੀਂ ਰੋਕਿਆ। ਗੁਰੂ ਜੀ ਤੇ ਗੁਰਗੱਦੀ ਬਾੜੇ ਕੋੜੇ ਵਚਨ ਬੋਲਣ ਲੱਗੇ। ਅਗਲੀ ਸਵੇਰ ਹੋਈ। ਆਸਾਂ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਸੱਚੇ ਦਰਬਾਰ ਵਿੱਚ ਹਾਜ਼ਰ ਹੋਣਾ ਸੀ, ਪਰ ਉਹ ਚੁੱਪ ਕਰਕੇ ਮੰਜਿਆਂ ਉੱਤੇ ਲੇਟੇ ਰਹੇ। ਵੇਲੇ ਤੋਂ ਕਵੇਲਾ ਹੋਣ ਲੱਗਾ। ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਕੀਰਤਨ ਕਰਨ ਨਹੀਂ ਜਾਣਗੇ। ਉਧਰ ਦਰਬਾਰ ਲੱਗ ਗਿਆ। ਸੋਢੀ ਸੁਲਤਾਨ ਪੰਚਮ ਪਾਤਸ਼ਾਹ ਮਸਨਦ ਉੱਤੇ ਜਾ ਬਿਰਾਜੇ। ਸੰਗਤ ਆ ਕੇ ਬੈਠ ਗਈ, ਪਰ ਕੀਰਤਨ ਨਹੀਂ ਸੀ ਹੋ ਰਿਹਾ। ਦੋਵੇਂ ਭਰਾ ਪਹੁੰਚੇ ਹੀ ਨਾ। ਗੁਰੂ ਜੀ ਤਾਂ ਜਾਣਦੇ ਸਨ, ਪਰ ਸੰਗਤਾਂ ਨੂੰ ਹੈਰਾਨੀ ਸੀ ਕਿ ਰਬਾਬੀ ਦਰਬਾਰ ਵਿੱਚ ਕਿਉਂ ਨਹੀਂ ਆਏ। ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾ ਕੇ
ਰਬਾਬੀਆਂ ਨੂੰ ਸੱਦ ਲਿਆ। ਗੁਰੂ ਘਰ ਦਾ ਸਰਦਾਲੂ ਸਿੱਖ ਨੱਠਾ ਨੱਠਾ ਭਾਈ ਸੱਤੇ ਤੇ ਭਾਈ ਬਲਵੰਡੇ ਦੇ ਘਰ ਪਹੁੰਚਿਆ। ਉਹਨਾਂ ਦੇ ਘਰ ਬੂਹਾ ਬੰਦ ਸੀ। ਜਾ ਕੇ ਆਵਾਜ਼ਾਂ ਮਾਰੀਆਂ ਤਾਂ ਭਾਈ ਸੱਤਾ ਬਾਹਰ ਆਇਆ। ਭਾਈ ਸੱਤੇ ਨੂੰ ਵੇਖ ਕੇ ਸਿੱਖ ਨੇ ਬੇਨਤੀ ਕੀਤੀ, ਰਾਏ ਜੀਓ, ਚੱਲੋ, ਸੱਚੇ ਪਾਤਸ਼ਾਹ ਸੱਦਦੇ ਹਨ, ਦਰਬਾਰ ਵਿੱਚ ਚੱਲੋ, ਕੀਰਤਨ ਦਾ ਵੇਲਾ ਹੈ। ਇਹ ਸੁਨੇਹਾ ਸੁਣ ਕੇ ਭਾਈ ਸੱਤੇ ਦਾ ਦਿਲ ਧੜਕਣ ਲੱਗ ਪਿਆ। ਉਹ ਪਾਗਲਾਂ ਵਾਂਗ ਕਾਲੀ ਕਾਲੀ ਆਖਣ ਲੱਗ ਪਿਆ, ਅਸੀਂ ਨਹੀਂ ਜਾਣਾ, ਸਾਨੂੰ ਇਸ ਗੁਰੂ ਕੋਲੋਂ ਕੋਈ ਲਾਭ ਨਹੀਂ। ਕੱਲ 100 ਰੁਪਇਆ ਦੇ ਕੇ ਟਰਕਾ ਦਿੱਤਾ। ਜੇ ਅਸਾਂ ਚੜ੍ਹਤ ਲੈਣੀ ਸੀ, ਮਸੰਦਾਂ ਰਾਹੀਂ ਸੰਗਤਾਂ ਨੂੰ ਅਖਵਾ ਦਿੱਤਾ ਕਿ ਭੇਟਾ ਨਾ ਦਿਓ। ਜੇ ਗੁਰੂ ਈਰਖਾ ਕਰਦਾ ਹੈ ਤਾਂ ਸਾਨੂੰ ਕੀਰਤਨ ਕਰਨ ਦਾ ਕੀ ਲਾਭ? ਨਾਲੇ ਅਸੀਂ ਰਬਾਬੀ ਹਾਂ। ਜਿਸ ਵੀ ਸੋਢੀ ਜਾਂ ਬੇਦੀ ਅੱਗੇ ਕੀਰਤਨ ਕਰਾਂਗੇ ਉਹ ਗੁਰੂ ਬਣ ਜਾਵੇਗਾ। ਸੰਗਤਾਂ ਉਸ ਨੂੰ ਮੱਥਾ ਟੇਕਣ ਲੱਗ ਪੈਣਗੀਆਂ। ਜਾਓ ਅਤੇ ਆਖੋ ਉਹ ਨਹੀਂ ਆਉਂਦੇ। ਇਹ ਆਖ ਕੇ ਭਾਈ ਸੱਤੇ ਨੇ ਬੂਹਾ ਬੰਦ ਕਰ ਦਿੱਤਾ। ਸਿੱਖ ਹੈਰਾਨ ਤੇ ਚੁੱਪ ਕਰਕੇ ਗੁਰੂ ਜੀ ਦੇ ਦਰਬਾਰ ਵਿੱਚ ਮੁੜ ਆ ਹਾਜ਼ਰ ਹੋਇਆ। ਉਸ ਨੇ ਭਾਈ ਸੱਤੇ ਦੇ ਸਾਰੇ ਬੋਲੇ ਫਿੱਕੇ ਬਚਨ ਗੁਰੂ ਜੀ ਦੀ ਹਜ਼ੂਰੀ ਵਿੱਚ ਇਨ ਬਿਨ ਬੋਲ ਸੁਣਾਏ। ਦਇਆ ਦੇ ਸਾਗਰ ਸੱਚੇ ਪਾਤਸ਼ਾਹ ਨਿੰਦਾ ਸੁਣ ਕੇ ਵੀ ਨਹੀਂ ਘਬਰਾਏ। ਭਾਈ ਗੁਰਦਾਸ ਜੀ ਨੂੰ ਆਖਣ ਲੱਗੇ, ਭਾਈ ਸਾਹਿਬ ਜੀ, ਆਪ ਪਧਾਰੀਏ, ਗੁਰੂ ਘਰ ਦੇ ਰਬਾਬੀਆਂ ਨੂੰ ਸਤਿਕਾਰ ਨਾਲ ਦਰਬਾਰ ਵਿੱਚ ਲਿਆਈਏ। ਉਹ ਭੁੱਲ ਕੇ ਕ੍ਰੋਧ ਕਰ ਬੈਠੇ ਨੇ। ਗੁਰੂ ਘਰ ਕਿਸੇ ਗੱਲ ਦੀ ਥੁੜ ਨਹੀਂ। ਉਹਨਾਂ ਦੀ ਕੰਨਿਆ ਦਾ ਵਿਆਹ ਐਸਾ ਹੀ ਹੋ ਜਾਵੇਗਾ ਜੈਸਾ ਉਹ ਚਾਹੁੰਦੇ ਨੇ। ਉਹਨਾਂ ਨੂੰ ਹਉਮੈ ਰੋਗ ਦੁਖੀ ਕਰ ਰਿਹਾ ਹੈ। ਭਾਈ ਗੁਰਦਾਸ ਜੀ ਭਾਈ ਸੱਤੇ ਤੇ ਭਾਈ ਬਲਵੰਡ ਦੇ ਘਰ ਨੂੰ ਤੁਰੇ। ਨਿਮਰਤਾ ਦੀ ਹੱਦ ਹੋ ਗਈ। ਮਰਾਸੀਆਂ ਨੂੰ ਮਰਾਉਣ ਵਾਸਤੇ ਉਹ ਸਮੇਂ ਦੇ ਮਹਾਂਵਿਦਵਾਨ ਤੇ ਕਵੀ ਜਾ ਰਹੇ ਸਨ, ਉਹ ਵੀ ਨੰਗੇ ਪੈਰੀ। ਭਾਈ ਜੀ ਬੂਹੇ ਕੋਲ ਪਹੁੰਚ ਕੇ ਚੋਖਾ ਚਿਰ ਆਵਾਜ਼ਾਂ ਮਾਰਦੇ ਰਹੇ। ਸਾਰੇ ਟੱਬਰ ਨੇ ਆਵਾਜ਼ਾਂ ਅਣਸੁਣੀਆਂ ਕਰ ਛੱਡੀਆਂ। ਆਖਰ ਭਾਈ ਬਲਵੰਡ ਆਇਆ। ਭਾਈ ਸਾਹਿਬ ਨੂੰ ਵੇਖ ਕੇ ਉਹ ਵੀ ਪੁੱਠਾ ਹੀ ਬੋਲਿਆ, ਜਾਓ ਆਪ ਕੀਰਤਨ ਕਰ ਲਵੋ, ਅਸੀਂ ਨਹੀਂ ਆਣਾ। ਇੱਕ ਵਾਰ ਜੋ ਆਗ ਭੇਜਿਆ, ਘੜੀ ਮੁੜੀ ਆਉਣ ਦਾ ਕੀ ਮਤਲਬ? ਪਿੱਛਾ ਛੱਡੋ, ਕੱਲ ਅਸੀਂ ਸ਼ਹਿਰੋਂ ਵੀ ਚਲੇ ਜਾਵਾਂਗੇ। ਭਾਈ ਗੁਰਦਾਸ ਜੀ ਨੇ ਬੜੀ ਹਲੀਮੀ ਤੇ ਪਿਆਰ ਦੇ ਲਹਿਜੇ ਵਿੱਚ ਸਮਝਾਇਆ, ਰਾਏ ਜੀ, ਕ੍ਰੋਧ ਕਰਨਾ ਠੀਕ ਨਹੀਂ, ਆਪ ਚੱਲੀਏ, ਗੁਰੂ ਜਸ ਕੀਰਤਨ ਕਰੀਏ। ਮਾਇਆ ਦੇ ਕਾਰਨ ਗੁਰੂ ਪੀਰ ਨਾਲ ਵਿਗਾੜਨੀ ਨਹੀਂ ਚਾਹੀਦੀ। ਤੁਸਾਂ ਦੀ ਕੰਨਿਆ ਅਸਾਂ ਦੀ ਵੀ ਕੰਨਿਆ ਹੈ। ਜਿਵੇਂ ਆਖੋਗੇ ਤਿਵੇਂ ਹੀ ਸ਼ਾਨ ਨਾਲ ਵਿਆਹ ਹੋ ਜਾਵੇਗਾ। ਚਲੋ, ਕ੍ਰੋਧ ਨੂੰ ਮਾਰੋ। ਜਦੋਂ ਕਿਸੇ ਦੇ ਮਾੜੇ ਦਿਨ ਹੋਣ ਤਦੋਂ ਉਸ ਨੂੰ ਕਿਸੇ ਦੀਆਂ ਚੰਗੀਆਂ ਗੱਲਾਂ ਵੀ ਮਾੜੀਆਂ ਪ੍ਰਤੀਤ ਹੁੰਦੀਆਂ ਹਨ। ਉਹ ਕਿਸੇ ਮਹਾਂਪੁਰਸ਼ ਦੇ ਉਪਦੇਸ਼ ਵੱਲ ਵੀ ਕੰਨ ਨਹੀਂ ਕਰਦਾ। ਭਾਈ ਬਲਵੰਡ ਨੇ ਇੱਕ ਨਾ ਸੁਣੀ, ਸਗੋਂ ਅੰਦਰ ਨੂੰ ਚਲਾ ਗਿਆ। ਭਾਈ ਗੁਰਦਾਸ ਜੀ ਵਾਪਸ ਮੁੜ ਆਏ। ਉਸ ਤੋਂ ਬਾਅਦ ਗੁਰੂ ਜੀ ਆਪ ਚੰਦਨ ਚੌਂਕੀ ਵਾਲੇ ਸਿੰਘਾਸਨ ਤੋਂ ਉੱਠੇ। ਸੰਗਤਾਂ ਦਾ ਉਦਾਰ ਕਰਨ ਵਾਸਤੇ ਡੂਮਾ ਦੇ ਘਰ ਨੂੰ ਤੁਰ ਪਏ। ਸੰਗਤ ਨੇ ਨਾਲ ਜਾਣਾ ਚਾਹਿਆ, ਪਰ ਗੁਰੂ ਜੀ ਨੇ ਸਭ ਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ, ਭਾਈ ਗੁਰਦਾਸ ਜੀ ਤੋਂ ਬਿਨਾਂ ਉਹ ਕਿਸੇ ਨੂੰ ਨਾਲ ਨਹੀਂ ਲਿਜਾਣਗੇ। ਦੋ ਜਹਾਨ ਦੇ ਵਾਲੀ ਭਾਈ ਸੱਤੇ ਬਲਵੰਡ ਦੇ ਘਰ ਕੋਲ ਗਏ ਤਾਂ ਉਹਨਾਂ ਦੇ ਘਰ ਦਾ ਬੂਹਾ ਆਪਣੇ ਆਪ ਖੁੱਲ੍ਹ ਗਿਆ। ਆਵਾਜ਼ਾਂ ਮਾਰਨ ਦੀ ਲੋੜ ਨਾ ਪਈ। ਗੁਰੂ ਜੀ ਅੰਦਰ ਚਲੇ ਗਏ। ਅੱਗੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਮੰਜੀਆਂ ਉੱਤੇ ਬੈਠੇ ਸਨ। ਉਹਨਾਂ ਨੇ ਅੱਗੋਂ ਉੱਠ ਕੇ ਗੁਰੂ ਜੀ ਦਾ ਸਤਿਕਾਰ ਨਾ ਕੀਤਾ। ਜ਼ੁਬਾਨੋਂ ਵੀ ਜੀ ਆਇਆਂ ਨੂੰ ਨਹੀਂ ਆਖਿਆ। ਘਰ ਦੇ ਬਾਕੀ ਦੇ ਜੀ ਵੀ ਚੁੱਪ ਰਹੇ। ਗੁਰੂ ਜੀ ਨੇ ਦੋਹਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ, ਚਲੋ ਭਾਈ, ਕੀਰਤਨ ਕਰੋ, ਸੰਗਤਾਂ ਉਡੀਕ ਰਹੀਆਂ ਨੇ। ਜੇ ਕੋਈ ਰੋਸ ਹੋਵੇਗਾ ਤਾਂ ਉਹ ਮੇਰੇ ਨਾਲ ਹੈ। ਗੁਰੂ ਘਰ ਨਾਲ ਕੀ ਰੋਸ? ਚਲੋ ਕੀਰਤਨ ਕਰੋ। ਭਾਈ ਬਲਵੰਡ ਜੀ ਕ੍ਰੋਧ ਨਾਲ ਬੋਲਿਆ, ਅਸਾਂ ਨਹੀਂ ਜਾਣਾ। ਅਸੀਂ ਤੁਸਾਂ ਨੂੰ ਗੁਰੂ ਬਣਾਉਣ ਦਾ ਯਤਨ ਕੀਤਾ। ਸਾਡੇ ਕੀਰਤਨ ਕਰਕੇ ਹੀ ਲੋਕ ਆਉਂਦੇ ਨੇ, ਪਰ ਤੁਸਾਂ ਨੇ ਧੋਖਾ ਕੀਤਾ। ਸੰਗਤਾਂ ਨੂੰ ਰੋਕ ਦਿੱਤਾ ਕਿ ਭੇਟਾਂ ਨਾ ਚਾੜਨ।
ਜਾਓ ਜਾ ਕੇ ਕਿਸੇ ਕੋਲੋਂ ਕੀਰਤਨ ਕਰਵਾ ਲਵੋ। ਅਸੀਂ ਕਿਸੇ ਹੋਰ ਸੋਢੀ ਅੱਗੇ ਜਾ ਕੇ ਕੀਰਤਨ ਕਰਾਂਗੇ, ਉਸੇ ਨੂੰ ਗੁਰੂ ਬਣਾ ਦਿਆਂਗੇ। ਜਿੱਥੇ ਕਦਰ ਨਾ ਹੋਵੇ ਉੱਥੇ ਰਹਿਣਾ ਚੰਗਾ ਨਹੀਂ। ਗੁਰੂ ਨਾਨਕ ਜੀ ਕੋਲ ਜੇ ਭਾਈ ਮਰਦਾਨਾ ਜੀ ਨਾ ਹੁੰਦਾ ਤਾਂ ਉਸ ਨੂੰ ਗੁਰੂ ਕਿਸ ਨੇ ਆਖਣਾ ਸੀ। ਗੁਰੂ ਅੰਗਦ ਦੇਵ ਜੀ ਤੇ ਤੁਸਾਂ ਦੇ ਪਿਤਾ ਜੀ ਨੂੰ ਜੇਕਰ ਗੁਰੂ ਪ੍ਰਗਟ ਕਰਨ ਵਾਲੇ ਹਾਂ ਤਾਂ ਅਸੀਂ ਹਾਂ। ਹੁਣ ਅਸਾਂ ਦੀ ਤੇ ਤੁਸਾਂ ਦੀ ਨਹੀਂ ਭਿੱਜਦੀ, ਕੋਈ ਹੋਰ ਪ੍ਰਬੰਧ ਕਰ ਲਵੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਉਂ ਫਿੱਕੇ ਬਚਨ ਸੁਣੇ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਨਿੰਦਿਆ ਸੁਣੀ ਤਾਂ ਕ੍ਰੋਧਵਾਨ ਹੋ ਗਏ। ਉਸੇ ਵੇਲੇ ਆਖਿਆ, ਸੱਤਿਆ ਤੇ ਬਲਵੰਡੇ, ਤੁਸੀਂ ਫਿੱਟ ਗਏ ਹੋ। ਇਹ ਫਟੇਵਾ ਤੁਸਾਂ ਨੂੰ ਤੰਗ ਕਰੇਗਾ। ਇਉਂ ਬਚਨ ਕਰਕੇ ਗੁਰੂ ਜੀ ਵਾਪਸ ਮੁੜ ਆਏ। ਰਾਹ ਵਿੱਚ ਕਿਸੇ ਨਾਲ ਕੋਈ ਬਚਨ ਨਹੀਂ ਕੀਤਾ। ਮੇਰਾਂ ਦੇ ਦਾਤੇ ਗੁਰੂ ਜੀ ਦਰਬਾਰ ਵਿੱਚ ਪਹੁੰਚੇ। ਦੋ ਸਿੱਖਾਂ ਵੱਲ ਇਸ਼ਾਰਾ ਕਰਕੇ ਆਖਿਆ, ਤੁਸੀਂ ਦੋਨੋਂ ਕੀਰਤਨ ਕਰੋ, ਚੁੱਕੋ ਸਾਜ਼ ਵਜਾਓ, ਗੁਰੂ ਯਸ਼ ਕਰੋ। ਅੱਜ ਤੋਂ ਮੇਰੇ ਸਿੱਖ ਗੁਰੂ ਯਸ਼ ਕਰਨਗੇ। ਗੁਰੂ ਯਸ਼ ਵਾਸਤੇ ਮੇਰਾ ਸਿੱਖ ਕਿਸੇ ਦਾ ਆਸਰਾ ਨਹੀਂ ਟੋਲੇਗਾ। ਕਰੋ ਸ਼ੁਰੂ। ਗੁਰੂ ਜੀ ਦਾ ਇਸ਼ਾਰਾ ਕਰਨ ਦੀ ਢਿੱਲ ਸੀ। ਦੋਹਾਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਸਾਜ਼ ਵੱਜੇ, ਰਾਗ ਗਾਇਆ ਗਿਆ, ਸ਼ਬਦ ਪੜ੍ਹੇ ਗਏ। ਐਸਾ ਆਨੰਦ ਬੱਝਾ ਕਿ ਸੰਗਤ ਵਿੱਚੋਂ ਕੋਈ ਇਹ ਨਾ ਜਾਣ ਸਕਿਆ ਕਿ ਜੋ ਕੀਰਤਨ ਕਰਦੇ ਹਨ ਉਹਨਾਂ ਨੂੰ ਰਾਗ ਦੀ ਸਮਝ ਨਹੀਂ। ਉਸ ਦਿਨ ਤੋਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਉੱਧਰ ਦੂਜੇ ਪਾਸੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਦਰ ਬ ਦਰ ਰੋਲਣ ਲੱਗੇ, ਕਿਉਂਕਿ ਜਦੋਂ ਗੁਰੂ ਜੀ ਨੇ ਫਿਟਕਾਰ ਦਿੱਤਾ ਤਾਂ ਮੱਥੇ ਕੌਣ ਲਾਵੇ। ਜਿੱਧਰ ਉਹ ਜਾਂਦੇ ਲੋਕ ਅੱਗੋਂ ਪਾਸੇ ਹੋ ਜਾਂਦੇ, ਘਰਾਂ ਦੇ ਬੂਹੇ ਵੱਜ ਜਾਂਦੇ, ਬੱਚੇ ਰੌਲਾ ਪਾਉਣ ਲੱਗ ਜਾਂਦੇ ਕਿ ਗੁਰੂ ਜੀ ਦੇ ਫਿਟਕਾਰੇ ਹੋਏ ਆਏ ਨੇ। ਜੋ ਪੂੰਜੀ ਕੋਲ ਸੀ ਉਹ ਖਾਂਦਿਆਂ ਖਾਂਦਿਆਂ ਮੁੱਕ ਗਈ। ਕਈ ਗੁਰੂ ਨਿੰਦਕਾਂ ਤੇ ਧੀਰ ਮਲੀਆਂ ਸੋਢੀਆਂ ਕੋਲ ਗਏ, ਪਰ ਕਿਸੇ ਨੇ ਉਹਨਾਂ ਨੂੰ ਆਸਰਾ ਨਾ ਦਿੱਤਾ। ਉਹ ਭੁੱਖੇ ਮਰਨ ਲੱਗੇ। ਉਹਨਾਂ ਨੂੰ ਕੁਝ ਨਹੀਂ ਸੀ ਸੁਝਦਾ ਕਿ ਕੀ ਕਰਨ। ਹੌਲੀ ਹੌਲੀ ਤਨ ਵੀ ਫਿੱਟਣ ਲੱਗੇ। ਮਾਮਲੀ ਫੋੜੇ ਜ਼ਖਮ ਬਣ ਗਏ। ਉਹਨਾਂ ਨੂੰ ਕੋੜ ਹੋ ਗਿਆ। ਇੱਕ ਢਿੱਡੋਂ ਭੁੱਖੇ, ਦੂਸਰਾ ਤਨ ਕੋੜਾ। ਉਹ ਅਤ ਦੁਖੀ ਹੋਣ ਲੱਗੇ। ਗੁਰੂ ਅਰਜਨ ਦੇਵ ਜੀ ਦਾ ਅਪਮਾਨ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਗੁਰੂ ਰਾਮਦਾਸ ਜੀ ਤੱਕ ਨਿੰਦਿਆ ਕੀਤੀ। ਨਰਕ ਦੇ ਭਾਗੀ ਹੋਣਾ ਹੀ ਸੀ। ਨਰਕ ਵੀ ਇਸ ਜਗਤ ਦਾ ਹੀ ਭੋਗਣ ਲੱਗੇ। ਉਹਨਾਂ ਦੇ ਗੁਆਂਢੀ ਵੀ ਤੰਗ ਹੋ ਗਏ। ਉਹਨਾਂ ਨੂੰ ਬਦਬੂ ਤੰਗ ਕਰਦੀ ਸੀ। ਭਾਈ ਸੱਤਾ ਤੇ ਭਾਈ ਬਲਵੰਡ ਘਰੋਂ ਬਾਹਰ ਨਾ ਨਿਕਲਦੇ। ਉਹਨਾਂ ਨੂੰ ਆਪਣੀ ਭੁੱਲ ਦਾ ਗਿਆਨ ਹੋ ਗਿਆ। ਆਪਣੇ ਮੂੰਹ ਉੱਤੇ ਆਪ ਹੀ ਚਪੇੜਾ ਮਾਰਨ ਲੱਗੇ। ਗੁਰੂ ਨਿੰਦਕ ਨੂੰ ਕਿਤੇ ਢੋਈ ਨਹੀਂ ਮਿਲਦੀ। ਦਰਗਾਹੋਂ ਤਿਰਕਾਰੇ ਗਏ। ਉਹ ਰੋ ਰੋ ਕੇ ਇਹ ਆਖਣ ਲੱਗੇ, ਕੋਈ ਸਾਨੂੰ ਗੁਰੂ ਜੀ ਪਾਸ ਲੈ ਚੱਲੇ, ਕੋਈ ਸਾਡਾ ਵਿਚੋਲਾ ਬਣੇ। ਅਸੀਂ ਭੁੱਲ ਗਏ, ਅਸੀਂ ਪਾਪੀ ਮਹਾਕੋੜੀ। ਸਾਡੀ ਫਰਿਆਦ ਕੋਈ ਸੁਣੇ, ਪਰ ਸੁਣੇ ਕੌਣ। ਉਹ ਆਪਣੇ ਕੋਠੇ ਉੱਤੇ ਚੜ੍ਹ ਜਾਂਦੇ ਤੇ ਊਂ ਕੂਕਦੇ ਰਹਿੰਦੇ। ਊਂ ਕੂਕਦਿਆਂ ਕੂਕਦਿਆਂ ਆਪਣੇ ਆਪ ਹੀ ਉਹਨਾਂ ਨੂੰ ਚੇਤਾ ਆ ਗਿਆ ਕਿ ਲਾਹੌਰ ਵਿੱਚ ਭਾਈ ਲੱਦਾ ਜੀ ਪਰਉਪਕਾਰੀ ਹਨ। ਉਹਨਾਂ ਨੂੰ ਮਿਲ ਕੇ ਤਰਲਾ ਕੀਤਾ ਜਾਵੇ ਤਾਂ ਉਹ ਜ਼ਰੂਰ ਵਿਚੋਲੇ ਬਣਨ ਨੂੰ ਤਿਆਰ ਹੋ ਜਾਣਗੇ। ਉਹਨਾਂ ਦੀ ਬੇਨਤੀ ਨੂੰ ਗੁਰੂ ਜੀ ਵੀ ਪ੍ਰਵਾਨ ਕਰ ਲੈਣਗੇ। ਬਸ ਨੰਗੇ ਪੈਰੀ ਘਰੋਂ ਲਾਹੌਰ ਨੂੰ ਤੁਰ ਪਏ। 35 ਮੀਲ ਪੈਂਡਾ ਸਵੇਰ ਤੋਂ ਤੁਰੇ ਹੋਏ ਸ਼ਾਮ ਨੂੰ ਲਾਹੌਰ ਪਹੁੰਚ ਗਏ। ਜਦੋਂ ਦੋਵੇਂ ਜਾਣੇ ਭਾਈ ਲੱਦਾ ਜੀ ਦੇ ਘਰ ਪਹੁੰਚੇ ਤਾਂ ਭਾਈ ਲੱਦਾ ਜੀ ਦੀ ਨੂੰਹਾਂ ਤੇ ਧੀਆਂ ਨੂੰ ਪਤਾ ਲੱਗਾ ਕਿ ਗੁਰੂ ਫਿਟਕਾਰੇ ਆਏ ਹਨ ਤਾਂ ਉਹਨਾਂ ਨੇ ਬਾਹਰਲਾ ਬੂਹਾ ਬੰਦ ਕਰ ਦਿੱਤਾ। ਉਸ ਵੇਲੇ ਭਾਈ ਲੱਦਾ ਜੀ ਘਰੇ ਹੀ ਸਨ। ਗਲੀ ਵਿੱਚ ਭਾਈ ਸੱਤਾ ਤੇ ਬਲਵੰਡ ਜੀ ਕੁੱਕਣ ਲੱਗੇ, ਤਰਲੇ ਕੱਢਣ ਲੱਗੇ। ਭਾਈ ਲੱਦਾ ਜੀ, ਆਪ ਪਰਉਪਕਾਰੀ ਜੀ, ਅਸਾਂ ਪਾਪੀਆਂ ਉੱਤੇ ਦਇਆ ਕਰੋ, ਮਿਹਰ ਕਰੋ, ਸਾਡੇ ਵਿਚੋਲੇ ਬਣੋ, ਗੁਰੂ ਜੀ ਨਾਲ ਮੇਲ ਕਰਾਵੋ, ਅਸੀਂ ਭੁੱਲਾਂ ਬਖਸ਼ਾ ਲਈਏ। ਗੁਰੂ ਬਖਸ਼ਣਹਾਰ ਹੈ। ਭਾਈ ਜੀ, ਤੁਸਾਂ ਬਿਨਾਂ ਸਾਡੇ ਰੋਗ ਦਾ ਇਲਾਜ ਕਿਸੇ ਨੇ ਨਹੀਂ ਕਰਨਾ।
ਸਾਡੇ ਤਰਲੇ ਵੱਲ ਧਿਆਨ ਕਰੋ। ਅਸੀਂ ਪਾਪੀ, ਅਸੀਂ ਕੋਹੜੀ, ਅਸੀਂ ਫਿਟਕਾਰੇ, ਦਰ ਤੇਰੇ ਤੇ ਆ ਕੇ ਰੋਂਦੇ ਹਾਂ। ਭਾਈ ਲੱਦਾ ਜੀ ਨੂੰ ਤਰਸ ਆ ਗਿਆ। ਬੂਹਾ ਖੋਲ੍ਹਿਆ ਤੇ ਭਾਈ ਸੱਤੇ ਤੇ ਭਾਈ ਬਲਵੰਡ ਦੇ ਸਨਮੁਖ ਹੋ ਕੇ ਆਖਿਆ, ਜਾਓ ਘਰ ਨੂੰ, ਮੈਂ ਕੱਲ੍ਹ ਜਾਵਾਂਗਾ। ਗੁਰੂ ਜੀ ਕੋਲੋਂ ਤੁਹਾਡੇ ਬਦਲੇ ਖੀਮਾ ਦਾ ਦਾਨ ਮੰਗਾਂਗਾ। ਭਾਈ ਲੱਦਾ ਜੀ ਜ਼ੁਬਾਨੋਂ ਇਹ ਬਚਨ ਸੁਣ ਕੇ ਦੋਵੇਂ ਭਰਾ ਭਾਈ ਲੱਦਾ ਜੀ ਦੀ ਉਸਤਤ ਕਰਦੇ ਹੋਏ ਵਾਪਸ ਮੁੜ ਪਏ। ਉਧਰ ਸਵੇਰ ਹੋਈ ਤਾਂ ਭਾਈ ਲੱਦਾ ਜੀ ਪਰਉਪਕਾਰੀ ਨੇ ਪਰਉਪਕਾਰ ਕਰਨ ਦਾ ਹੌਸਲਾ ਕਰ ਲਿਆ। ਇਹੋ ਜਿਹਾ ਹੌਸਲਾ ਕੋਈ ਵਿਰਲਾ ਹੀ ਕਰ ਸਕਦਾ ਸੀ। ਗੁਰੂ ਜੀ ਦਾ ਹੁਕਮ ਸੀ ਕਿ ਜੋ ਭਾਈ ਸੱਤੇ ਬਲਵੰਡ ਦੀ ਗੱਲ ਕਰੇ ਉਸ ਨੂੰ ਨਸ਼ਰ ਹੋਣਾ ਪਵੇਗਾ। ਨਸ਼ਰ ਹੋਣਾ ਉਸ ਵੇਲੇ ਇੱਕ ਕਿਸਮ ਦੀ ਸਜ਼ਾ ਸੀ। ਭਾਈ ਲੱਦਾ ਜੀ ਨੇ ਕਿਹਾ ਕਿ ਉਹ ਘਰੋਂ ਨਸਰ ਹੋ ਕੇ ਚਲਦੇ ਹਨ। ਉਹਨਾਂ ਨੇ ਇੱਕ ਖੋਤਾ ਮੰਗਵਾ ਲਿਆ, ਉਸ ਨੂੰ ਟਾਕੀਆਂ ਦੀ ਲਗਾਮ ਲਾਈ, ਉੱਪਰ ਪਾਟੀ ਜਿਹੀ ਗੋਦੜੀ ਸੁੱਟ ਕੇ ਆਪ ਉਸ ਖੋਤੇ ਤੇ ਚੜ੍ਹ ਬੈਠੇ। ਪਿੰਡੇ ਨੂੰ ਸਵਾਹ ਤੇ ਕਾਲਖ ਮਲ ਲਈ, ਮੂੰਹ ਕਾਲਾ ਕਰ ਲਿਆ। ਇਹ ਨਸਰ ਹੋਣ ਦਾ ਢੰਗ ਸੀ। ਸਾਰੇ ਸ਼ਹਿਰ ਦੁਆਲੇ ਰੌਲਾ ਮੱਚ ਗਿਆ ਕਿ ਭਾਈ ਲੱਦਾ ਜੀ ਕਿਉਂ ਨਸ਼ਰ ਹੋ ਰਹੇ ਹਨ। ਬੱਚੇ ਦੁਆਲੇ ਆ ਹੋਏ, ਕੋਈ ਹੱਸਦਾ, ਕੋਈ ਤਾੜੀਆਂ ਮਾਰਦਾ। ਭਾਈ ਲੱਦਾ ਜੀ ਪਿੱਛੇ ਜਲੂਸ ਜਿਹਾ ਬਣ ਗਿਆ। ਲਾਹੌਰ ਦੇ ਸਾਲਾਮਾਰ ਬਾਗ ਤੱਕ ਚੋਖੀ ਭੀੜ ਨਾਲ ਆਈ। ਹੌਲੀ ਹੌਲੀ ਦੂਸਰੇ ਦਿਨ ਭਾਈ ਲੱਦਾ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ। ਸਿੱਖਾਂ ਨੇ ਗੁਰੂ ਜੀ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਭਾਈ ਲੱਦਾ ਜੀ ਨਸ਼ਰ ਹੋ ਕੇ ਆ ਰਹੇ ਹਨ। ਅੰਤਰਜਾਮੀ ਗੁਰੂ ਜੀ ਜਾਣ ਗਏ ਸੀ ਕਿ ਭਾਈ ਲੱਦਾ ਜੀ ਕਿਉਂ ਨਸ਼ਰ ਹੋਏ ਹਨ। ਗੁਰੂ ਜੀ ਸਿੰਘਾਸਨ ਤੋਂ ਉੱਠੇ, ਸ੍ਰੀ ਦਰਬਾਰ ਸਾਹਿਬ ਤੋਂ ਰਤਾ ਅੱਗੇ ਨੂੰ ਹੋ ਕੇ ਭਾਈ ਲੱਦਾ ਜੀ ਨੂੰ ਮਿਲਣ ਵਾਸਤੇ ਖਲੋ ਗਏ। ਸਿੱਖ ਦੇ ਸਿੱਖੀ ਸਿਦਕ ਤੇ ਪਰਉਪਕਾਰ ਕਰਨ ਦੀ ਰੂਹ ਨੇ ਗੁਰੂ ਜੀ ਨੂੰ ਸਿੰਘਾਸਨ ਤੋਂ ਉਠਾ ਦਿੱਤਾ। ਭਾਈ ਲੱਦਾ ਜੀ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਕੇ ਖੋਤੇ ਤੋਂ ਉਤਰੇ ਅਤੇ ਪੈਦਲ ਅੱਗੇ ਨੂੰ ਚੱਲ ਪਏ। ਅੱਗੇ ਸੰਗਤ ਸਮੇਤ ਗੁਰੂ ਜੀ ਖਲੋਤੇ ਸਨ। ਆਪਣੇ ਸਿੱਖ ਨੂੰ ਆਉਂਦਿਆਂ ਦੇਖ ਕੇ ਮੁਸਕਰਾ ਪਏ। ਦਿਆਲੂ ਸੱਚੇ ਪਾਤਸ਼ਾਹ ਦਿਆਲਤਾ ਵਿੱਚ ਆ ਗਏ। ਭਾਈ ਲੱਦਾ ਜੀ ਨੂੰ ਜੱਫੀ ਪਾ ਕੇ ਪੁੱਛਣ ਲੱਗੇ, ਭਾਈ ਲੱਦਾ ਜੀ, ਇਹ ਕੀ ਸਾਂਗ ਵਰਤਾਇਆ ਹੈ? ਭਾਈ ਲੱਦਾ ਜੀ ਨੇ ਕਿਹਾ, ਦਾਤਾ ਜੀ, ਅਸੀਂ ਜੀਵ ਭੁੱਲਣਹਾਰ ਤੇ ਪਾਪੀ ਹਾਂ। ਮਾਇਆ, ਹੰਕਾਰ ਤੇ ਸ਼ੈਤਾਨੀ ਬਲ ਸਾਡੀ ਆਤਮਾ ਉੱਤੇ ਧਰਨਾ ਮਾਰ ਕੇ ਬੈਠਾ ਹੈ। ਉਸ ਦੇ ਅਸਰ ਹੇਠ ਸਾਡੇ ਕੋਲੋਂ ਵੱਡੀਆਂ ਭੁੱਲਾਂ ਹੋ ਜਾਂਦੀਆਂ ਹਨ। ਸਾਡੀਆਂ ਭੁੱਲਾਂ ਨੂੰ ਚਿਤਾਰੋ, ਦਇਆ ਕਰੋ। ਗੁਰੂ ਜੀ ਨੇ ਪੁੱਛਿਆ, ਕੀ ਭੁੱਲ ਹੋ ਗਈ ਹੈ? ਭਾਈ ਲੱਦਾ ਜੀ ਨੇ ਕਿਹਾ, ਮੈਂ ਭੁੱਲ ਨਹੀਂ ਕੀਤੀ, ਮੈਂ ਆਪ ਜੀ ਦੀ ਆਗਿਆ ਦਾ ਉਲੰਘਣ ਕੀਤਾ ਹੈ। ਮੈਂ ਵਿਚੋਲਾ ਬਣ ਕੇ ਆਇਆ ਹਾਂ ਕਿ ਭਾਈ ਸੱਤੇ ਤੇ ਭਾਈ ਬਲਵੰਡ ਨੂੰ ਖਿਮਾ ਕਰੋ। ਉਹ ਕੀਤੀ ਦਾ ਫਲ ਪਾ ਚੁੱਕੇ ਹਨ, ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਹੈ। ਗੁਰੂ ਜੀ ਨੇ ਬਚਨ ਕੀਤਾ। ਭਾਈ ਲੱਦਾ ਜੀ, ਉਹਨਾਂ ਦੋਹਾਂ ਭਾਈਆਂ ਨੇ ਗੁਰੂ ਨਾਨਕ ਜੀ ਦੀ ਨਿੰਦਿਆ ਕੀਤੀ ਹੈ। ਜਿਸ ਜ਼ੁਬਾਨ ਨਾਲ ਨਿੰਦਿਆ ਕੀਤੀ ਹੈ, ਜੇ ਉਸੇ ਨਾਲ ਉਸਤਤ ਕਰਨ ਤਾਂ ਉਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ। ਗੁਰੂ ਜੀ ਪਾਸੋਂ ਇਹ ਆਗਿਆ ਹਾਸਲ ਕਰਕੇ ਭਾਈ ਲੱਦਾ ਜੀ ਭਾਈ ਸੱਤੇ ਤੇ ਭਾਈ ਬਲਵੰਡ ਦੇ ਘਰ ਪਹੁੰਚੇ। ਦੋਹਾਂ ਭਾਈਆਂ ਨੂੰ ਬਾਹਰ ਸੱਦ ਕੇ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੁੜ ਹਾਜ਼ਰ ਹੋ ਗਏ। ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਭਾਈ ਸੱਤੇ ਤੇ ਭਾਈ ਬਲਵੰਡ ਨੇ ਗੁਰੂ ਘਰ ਦੀ ਮਹਿਮਾ ਵਰਣਨ ਕੀਤੀ। ਜੋ ਰਾਗ ਰਾਮਕਲੀ ਵਿੱਚ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੁਮ ਆਖੀ। ਜਦੋਂ ਇਹ ਵਾਰ ਸੰਪੂਰਨ ਹੋਈ ਤਾਂ ਭਾਈ ਸੱਤੇ ਤੇ ਭਾਈ ਬਲਵੰਡ ਦਾ ਕੋਹੜ ਦੂਰ ਹੋ ਗਿਆ। ਉਹਨਾਂ ਦੀ ਦੇਹ ਕੰਚਨ ਵਾਂਗ ਅਰੋਗ ਤੇ ਨਿਰਮਲ ਹੋ ਗਈ। ਇਸ ਮਹਾਨ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਪੀਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਗੁਰੂ ਜੀ ਜੋ ਭਾਣਾ ਵਰਤਾਉਂਦੇ ਹਨ, ਉਸ ਨੂੰ ਭਰੋਸੇ ਤੇ ਹੌਸਲੇ ਨਾਲ ਦੇਖਣਾ ਚਾਹੀਦਾ ਹੈ। ਭਾਈ ਲੱਦਾ ਜੀ ਵਾਂਗ ਪਰਉਪਕਾਰ ਕਰਨਾ ਚਾਹੀਦਾ ਹੈ। ਸੋ ਸਾਧ ਸੰਗਤ ਜੀ, ਜੇਕਰ ਇਹ ਸਾਖੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ
ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ।